बहुत ही प्यारे बच्चों ਅਤੇ ਅਧਿਆਪਕ ਸਾਥੀਓ ਭੂਗੋਲ ਦੇ ਇਸ ਪੀਰੀਅਡ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ। ਬੱਚੇ ਤੁਹਾਡੇ ਸਿਲੇਬਸ ਦੇ ਵਿੱਚ ਹਾਈਡਰੋਲੋਜੀਕਲ ਸਾਈਕਲ ਨੂੰ ਅੱਜ ਆਪਾਂ ਪੜਾਂਗੇ ਅਤੇ ਉਸ ਤੋਂ ਬਾਅਦ ਓਸ਼ਨ ਬੇਸਿਸ ਦੇ ਉੱਤੇ ਵੀ ਗੱਲਾਂ ਕਰਾਂਗੇ। ਪਾਣੀ ਦੀਆਂ ਤਿੰਨੇ ਸਟੇਜਾਂ ਨੂੰ ਬੜੇ ਵਿਸਥਾਰ ਨਾਲ ਪੜਾਂਗੇ ਤੇ ਸਮਝਾਂਗੇ। अर्ਲੀ ਕਨਸੈਪਟ ਕੀ ਸੀ ਹਾਈਡਰੋਲੋਜੀਕਲ ਸਾਈਕਲ ਦਾ? ਇਹ ਇੱਕ ਰੈਵੋਲੂਸ਼ਨਰੀ नहीं है, यह एवोल्यूशनरी कंसैप्ट है। एक बहुत सारे विग्यानियों का, बहुत सारे जियोग्राफर का कलैक्टिव ऑब्जरवेशन है। हिस्टरी विच बहुत ही हैरानी हुंदी सी कि बरसात के उत्ते मीह किवें पैंदा है, सोर्स ऑफ रिवर की है। ये पहला विश्वास किया जाता सी कि रेनफॉल है जिहड़ी रेनफॉल का पानी दरिया का पानी नहीं बनता, पर बाद विच रिगार्डलैस एंशेंट ऑब्जरवेशन 16th सेंचुरी जर्नली बिलीव किया गया कि वाटर इन द रिवर ते स्प्रेड का जिहड़ा पानी है यह मीह का ही पानी है। मिस्टर विंकी अर्लीस्ट एक्यूरेट डिस्क्रिप्शन ऑफ हाइड्रोलॉजिकल साइकिल उन्होंने किया। ही राइट्स वाटर फ्रॉम गोज फ्रॉम रिवर टू सी एंड फ्रॉम सी टू रिवर्स, बट सच ए साइकिल वाज नॉट डिमॉन्स्ट्रेटेड इफेक्ट अंटिल 17th centuries। The discovery was made by the two French scientists। दो फ्रांस के साइंटिस्ट सी मिस्टर पीरी ते मैरीटो। इन्होंने 16वीं ते 17वीं सेंचुरी के विच डिबेट हुई इन्हां दी बहुत ज़्यादा क्रिश्चियन थॉलोजिस्ट के नाल, ते एक्चुअल जिहड़ा मॉडल हाइड्रोलॉजिकल साइकिल का पेश किया गया वो मिस्टर जॉन रॉय ने 17वीं सेंचुरी के विच पेश किया। हाइड्रोलॉजिकल साइकिल है कि वायुमंडल विच जल वाष्प की होंद नूं नमी आख्या जाता है। ਜਦੋਂ ਵਾਯੂਮੰਡਲ ਦੇ ਜਲ ਵਾਸ਼ਪ ਸੰਘਣੇ ਹੋ ਕੇ ਕਿਸੇ ਰੂਪ ਵਿੱਚ ਧਰਤੀ ਤੇ ਡਿੱਗਦੇ ਹਨ ਤਾਂ ਡਿੱਗਣ ਦੀ ਕਿਰਿਆ ਨੂੰ ਵਰਖਣ ਆਖਿਆ ਜਾਂਦਾ ਹੈ। ਜੀਟੀ ਟੇਵਾਰਥੇ ਅਨੁਸਾਰ ਹਵਾ ਵਿਚਲੇ ਜਲ ਵਾਸ਼ਪ ਦੀ ਹੋਂਦ ਜਲ ਦੀ ਤਰਲ ਜਾਂ ਠੋਸ ਅਵਸਥਾ ਤੋਂ ਵਾਸ਼ਪੀਕਰਨ ਦੀ ਕਿਰਿਆ ਰਾਹੀਂ ਹੁੰਦੀ ਹੈ। ਜਲ ਵਾਸ਼ਪ ਦੀ ਕੁੱਲ ਮਾਤਰਾ ਦਾ ਲਗਭਗ 50% ਭਾਗ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਸਮੁੰਦਰੀ ਤਲ ਤੋਂ ਲਗਭਗ 2000 ਮੀਟਰ ਦੀ ਉਚਾਈ ਤੱਕ ਹੀ ਮਿਲਦੀਆਂ ਹਨ। ਆਮ ਤੌਰ ਤੇ ਵਾਯੂਮੰਡਲ ਵਿੱਚ जल वाष्प की मात्रा लगभग 2% ही होंगी है, जो कि समय के स्थान मुताबिक बदलती रहती है। हाइड्रोलॉजिकल साइकिल की है इज ए सिंपलीफाइड मॉडल ऑफ द कंटिन्यूस फ्लो ऑफ ऑल फॉर्म ऑफ वाटर ऑन इन अबव द अर्थ सरफेस। इन अदर वर्ड, हाइड्रोलॉजिकल साइकिल इज अ complex cycle through which water move from the ocean to atmosphere to land and back to ocean once again. It involves water in rivers, lakes, soil, ਗਲੇਸ਼ੀਅਰ, ਓਸ਼ਨ ਇਨ ਦਾ ਐਟਮੋਸਫੀਅਰਸ। ਪਾਣੀ ਦੀਆਂ ਤਿੰਨ ਸਟੇਜਾਂ ਬਾਰੇ ਪਹਿਲਾਂ ਆਪਾਂ ਗੱਲ ਕਰਾਂਗੇ। ਜੇ ਪਾਣੀ ਦੇ ਚੱਕਰ ਦੀ ਗੱਲ ਕਰਨੀ ਹੈ ਤਾਂ ਪਾਣੀ ਦੇ ਚੱਕਰ ਦੀ ਗੱਲ ਕਰਨ ਤੋਂ ਨਾਲ ਨਾਲ ਪਾਣੀ ਦੇ ਵਿੱਚ ਪੈਦਾ ਹੋਣ ਪਾਣੀ ਕਿੰਨੇ ਸਟੇਜਾਂ ਦੇ ਵਿੱਚ ਸਾਨੂੰ ਇਸ ਧਰਤੀ ਦੇ ਜਾਂ ਇਸ ਬ੍ਰਹਿਮੰਡ ਦੇ ਵਿੱਚ ਮਿਲਦਾ ਹੈ। ਪਾਣੀ ਸਾਨੂੰ ਤਿੰਨ ਸਟੇਜਾਂ ਵਿੱਚ ਮਿਲਦਾ ਹੈ, ਸੋਲਿਡ ਸਟੇਟ ਵਿੱਚ, ਲਿਕੁਇਡ ਸਟੇਟ ਦੇ ਵਿੱਚ ਤੇ ਗੈਸਿਸ ਸਟੇਟ ਦੇ ਵਿੱਚ। ਸੋਲਿਡ ਸਟੇਟ ਦੇ ਵਿੱਚ ਜੋ ਪਾਣੀ ਮਿਲਦਾ ਹੈ ਉਸ ਨੂੰ ਅਸੀਂ ਬਰਫ਼ ਕਹਿ ਦਿੰਦੇ ਹਾਂ। ਲਿਕੁਇਡ ਸਟੇਟ ਵਿੱਚ ਪਾਣੀ ਹੈ ਤੇ ਗੈਸਿਸ ਸਟੇਜ ਦੇ ਵਿੱਚ ਵਾਟਰ ਵੈਪਰ ਦੇ ਵਿੱਚ ਕਿਹਾ ਜਾਂਦਾ ਹੈ। ਸਾਈਕਲ ਕੀ ਹੈ? ਸੀਰੀਜ਼ ਆਫ ਇਵੈਂਟ ਹੈ। ਹੁਣ ਹਾਈਡਰੋਲॉजिकल ਸਾਈਕਲ ਦੀ ਗੱਲ ਕਰਦੇ ਤਾਂ ਸਾਈਕਲ ਕੀ ਚੀਜ਼ ਹੈ? ਸਾਈਕਲ ਹੈ ਸੀਰੀਜ਼ ਆਫ ਇਵੈਂਟ, ਜੋ ਵੀ ਕੋਈ ਵੀ ਸੀਰੀਜ਼ ਆਫ ਇਵੈਂਟ ਹੈ ਜਾਂ ਆਪਰੇਸ਼ਨ ਹੈ ਡੈਟ ਰਿਪੀਟ ਰੈਗੂਲਰਲੀ, ਜਿਹੜੀਆਂ ਰਿਪੀਟ ਰੈਗੂਲਰ ਹੁੰਦੀਆਂ ਨੇ ਉਸ ਨੂੰ ਅਸੀਂ ਸਾਈਕਲ ਦੇ ਰੂਪ ਨੂੰ ਉਸ ਨੂੰ ਅਸੀਂ ਸਾਈਕਲ ਆਖਦੇ ਹਾਂ। ਹੁਣ ਵਾਟਰ ਸਾਈਕਲ ਕੀ ਹੈ? ਦ ਸਾਈਕਲ ਆਫ ਪ੍ਰੋਸੈਸ ਬਾਈ ਵਿਚ ਵਾਟਰ ਸਰਕੂਲੇਟ ਬਿਟਵੀਨ ਦ अर्थ to ocean, ocean to earth, land, involving rain drainage system, atmosphere, by evaporation and transpirations। ਹੁਣ ਤਿੰਨ ਸਟੇजेस ਦੀ ਆਪਾਂ ਗੱਲ ਕਰਕੇ ਹਟੇ ਹਾਂ ਇਸ ਡਾਇਗਰਾਮ ਦੇ ਵਿੱਚ, ਗੈਸਿਸ ਸਟੇਜ, ਸੋਲਿਡ ਸਟੇਟ ਤੇ ਲਿਕੁਇਡ ਸਟੇਜ। ਹੁਣ ਜਦੋਂ ਇਹਨਾਂ ਦੇ ਵਿੱਚ ਇੱਕ ਫਾਰਮੇਸ਼ਨ ਤੋਂ ਦੂਸਰੀ ਫਾਰਮੇਸ਼ਨ ਦੇ ਵਿੱਚ ਚੀਜ਼ ਬਦਲਦੀ ਹੈ ਤਾਂ ਉਸ ਦਾ ਨਾਮ ਬਦਲ ਜਾਂਦਾ ਹੈ। ਜਿਵੇਂ ਲਿਕੁਇਡ ਸਟੇਜ ਤੋਂ ਜੇਕਰ ਸੋਲਿਡ ਸਟੇਟ ਵਿੱਚ ਜਾਂਦਾ ਹੈ ਪਾਣੀ ਤਾਂ ਉਸ ਨੂੰ ਅਸੀਂ ਫਰੀਜ਼ਿੰਗ ਕਹਿ ਦਿੰਦੇ ਹਾਂ। ਫਰੀਜ਼ਿੰਗ ਤੋਂ ਜਦੋਂ ਗੈਸਿਸ ਸਟੇਜ ਵਿੱਚ ਜਾਂਦਾ ਹੈ ਤਾਂ ਉਸ ਨੂੰ ਅਸੀਂ ਸਬਲੀਮੇਸ਼ਨ ਕਹਿ ਦਿੰਦੇ ਹਾਂ। ਫਿਰ ਅਗੇਨ ਜਦੋਂ ਗੈਸਿਸ ਤੋਂ ਲਿਕੁਇਡ ਸਟੇਟ ਵਿੱਚ ਆਉਂਦਾ ਹੈ ਤਾਂ ਉਸ ਨੂੰ ਅਸੀਂ ਕੰਡੈਂਸੇਸ਼ਨ ਕਹਿ ਦਿੰਦੇ ਹਾਂ। ਇਸ ਦੇ ਉਲਟ ਜੇਕਰ ਗੈਸਿਸ ਤੋਂ ਸੋਲਿਡ ਸਟੇਟ ਵਿੱਚ ਆਉਂਦਾ ਫਿਰ ਵੀ ਅਸੀਂ ਸਬਲੀਮੇਸ਼ਨ ਕਹਿ ਦਿੰਦੇ ਹਾਂ। ਜਦੋਂ ਸੋਲਿਡ ਤੋਂ ਪਾਣੀ ਦੇ ਰੂਪ ਵਿੱਚ ਬਦਲਦਾ ਹੈ ਤਾਂ ਉਸ ਨੂੰ ਅਸੀਂ ਮੈਲਟਿੰਗ ਪੁਆਇੰਟ ਦੇ ਉੱਤੇ ਕਹਿ ਦਿੰਦੇ ਹਾਂ। ਇਹ ਪਾਣੀ ਦੀਆਂ ਤਿੰਨੇ ਕਿਸਮਾਂ ਨੇ। ਹੁਣ ਇਹ ਵੱਡੀ ਹੀ ਇਸ ਤੋਂ ਅਗਲੀ ਜ਼ਰੂਰੀ ਗੱਲ ਆ ਜਾਂਦੀ ਹੈ ਕਿ ਟ੍ਰਾਂਸਫਰ ਆਫ ਹਿਊਮਿਡਿਟੀ ਕੀ ਹੈ। ਧਰਤੀ ਦੇ ਉੱਤੇ ਦੋ ਭਾਗਾਂ ਵਿੱਚ ਅਸੀਂ ਇਸ ਨੂੰ ਵੰਡ ਲੈਂਦੇ ਹਾਂ, ਜਲ ਭਾਗ ਅਤੇ ਥਲ ਭਾਗ। ਹੁਣ ਜਲ ਭਾਗ ਦੇ ਉੱਤੇ ਇਵੈਪੋਰੇਸ਼ਨ ज़्यादा ਹੁੰਦੀ ਹੈ
ਥਲ ਭਾਗ ਦੇ ਮੁਕਾਬਲੇ लैंड सी मॉइस्चर एक्सचेंज बनता है कंटिन्यूसली एक्सचेंज ऑफ मॉइस्चर टेकिंग प्लेस बिटवीन द कॉन्टिनेंट एंड ओशंस द अमाउंट ऑफ मॉइस्चर गेन्ड थ्रू precipitation on the continent is more than the lost through evaporation. On the contrary, lose more moisture through evaporation than what they receive through precipitation. Winds carry a part of atmosphere moisture from over the ocean to the continent where water vapor condense and fall or rain snow. ਹੁਣ ਇਸ ਵਿੱਚ ਕੀ ਆ ਜਾਂਦਾ ਬੜੀ ਹੀ ਸਿੰਪਲ ਵਿੱਚ ਹੈ ਕਿ ਲੈਂਡ ਸੀ ਮੋਇਸਚਰ ਵਿੱਚ ਕੀ ਹੈ ਕਿ ਧਰਤੀ ਦੇ ਸੋਲਿਡ ਭਾਗਾਂ ਵਿੱਚੋਂ ਜਾਂ ਥਲ ਭਾਗਾਂ ਵਿੱਚ ਪਾਣੀ ਜ਼ਿਆਦਾ ਗਿਰਦਾ ਹੈ ਬਰਸਾਤ ਜ਼ਿਆਦਾ ਹੁੰਦੀ ਹੈ ਜਿੰਨੀ ਵੈਪੋਰੇਸ਼ਨ ਹੁੰਦੀ ਹੈ ਉਸ ਤੋਂ ਜ਼ਿਆਦਾ ਪਾਣੀ ਮੀਂਹ ਦੇ ਰੂਪ ਵਿੱਚ ਮਿਲ ਜਾਂਦਾ ਹੈ ਪਰ ਸਮੁੰਦਰ ਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਵੈਪੋਰੇਟ ਹੁੰਦਾ ਹੈ ਠੀਕ ਹੋ ਗਿਆ ਇਸ ਤੋਂ ਅੱਗੇ ਆ ਜਾਂਦਾ ਸਾਡਾ ਮੈਰੀਡੀਅਨਲ ਮੋਇਸਚਰ ਐਕਸਚੇਂਜ ਉਹ ਮੈਰੀਡੀਅਨਲ ਮੋਇਸਚਰ ਐਕਸਚੇਂਜ ਕੀ ਹੈ ਮੈਰੀਡੀਅਨਲ ਮੋਇਸਚਰ ਐਕਸਚੇਂਜ ਇਨਵੋਲਵ ਦ ਟ੍ਰਾਂਸਫਰ ਆਫ ਮੋਇਸਚਰ ਬਿਟਵੀਨ different latitude belt on the earth. This involves a transfer of energy. In certain latitude zones there is marked excess of precipitations over evaporation. On the contrary, there are certain zones where evaporation exceeds precipitations. The latitude imbalance thus produce require a meridional exchange of moisture as well as energy between the dry and wet zones. ਹੁਣ ਇਸ ਡਾਇਗਰਾਮ ਨੂੰ ਜਰਾ ਦੇਖਿਓ ਇਹ ਧਰਤੀ ਦੇ ਵਿੱਚ ਬਣਾਈ ਹੋਈ ਹੈ ਜਿਸ ਨੂੰ ਅਸੀਂ 0 ਡਿਗਰੀ ਦੇ ਡੋਲਡਰਮ ਏਰੀਆ ਹੈ ਔਰ ਇਸਥੋਂ ਲੈ ਕੇ 30 ਡਿਗਰੀ ਨਾਰਥ ਹੈਮੋਸਫੀਅਰ ਤੇ 30 ਡਿਗਰੀ ਸਾਊਥ ਹੈਮੋਸਫੀਅਰ ਤੱਕ ਇਵੈਪੋਰੇਸ਼ਨ ਜ਼ਿਆਦਾ ਹੁੰਦੀ ਹੈ ਉਸ ਦਾ ਕਾਰਨ ਹੈ ਕਿ ਇੱਥੇ ਪਰ ਸੂਰਜ ਦਾ ਪ੍ਰਕਾਸ਼ ਜ਼ਿਆਦਾ ਪੈਂਦਾ ਹੈ ਅਤੇ ਇਸ ਨਾਲ ਜਿਹੜਾ ਪਾਣੀ ਹੈ ਉਹ ਜ਼ਿਆਦਾ ਭਾਫ ਬਣ ਕੇ ਉੱਡਦਾ ਹੈ ਅਤੇ ਦੂਸਰੇ ਪਾਸੇ ਉੱਤਰੀ ਤਰਫ ਅਤੇ ਦੱਖਣੀ ਤਰਫ ਦੇ ਵਿੱਚ ਪਾਣੀ ਘੱਟ ਉੱਡਦਾ ਹੈ ਪਰ ਬਰਫ਼ ਦੇ ਰੂਪ ਵਿੱਚ ਪਾਣੀ ਨੇ ਜਿਹੜਾ ਹੈਗਾ ਸੋਲਿਡ ਸਟੇਟ ਦੇ ਵਿੱਚ ਉੱਥੇ ਜ਼ਿਆਦਾ ਮਿਲਦਾ ਹੈ ਕੰਡੈਂਸੇਸ਼ਨ ਉੱਥੇ ਜ਼ਿਆਦਾ ਹੁੰਦੀ ਹੈ ਹੁਣ ਈਚ ਹੈਮੋਸਫੀਅਰ ਦੇ ਵਿੱਚ ਕੀ ਹੈ ਸਰਪਲਸ ਆਫ ਪ੍ਰੈਸਿਪੀਟੇਸ਼ਨ ਓਵਰ ਵੈਪੋਰੇਸ਼ਨ ਇਜ਼ ਫਾਊਂਡ in equator as well as middle latitude zone extending from 40 degree to 70 degree north and south latitudes. On the other hand, in latitudinal zone extend from 10 to 40 degree latitude in each hemisphere evaporation exceed precipitations. ਹੁਣ ਮੇਜਰ ਕੰਪੋਨੈਂਟ ਆਫ ਹਾਈਡਰੋਲੋਜੀਕਲ ਸਾਈਕਲ ਦੇਖੀ ਆ ਜਾਂਦੇ ਨੇ ਹੁਣ ਸਾਡੇ ਕੋਲ ਅਸੀਂ ਹਾਈਡਰੋਲੋਜੀਕਲ ਸਾਈਕਲ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਮੇਜਰ ਕੰਪੋਨੈਂਟ ਕੀ ਹੋਏ ਨੇ ਟੋਟਲ ਵਾਟਰ ਆਫ ਦਾ ਪਲਾਂਟ ਇਜ਼ ਡਿਸਟ੍ਰੀਬਿਊਟਡ ਇਨ ਵੇਰੀਅਸ ਸਬ ਸਿਸਟਮ ਕਿਹੜੇ ਨੇ ਇਨ ਏਅਰ ਔਨ ਲੈਂਡ ਐਂਡ ਇਨ ਓਸ਼ਨ ਐਜ਼ ਵੈਲ ਇਨ 3 ਸਟੇਟਸ ਗੈਸ ਲਿਕੁਇਡ ਤੇ ਸੋਲਿਡ ਕੰਪੇਅਰ ਟੂ ਅ ਟੋਟਲ ਮਾਸ ਆਫ ਦਾ ਅਰਥ the mass of the water hydrosphere is extremely small. Water covers 71% of the surface of the earth, extremely mobile, constantly moving from one place to another, often at remarkable speed. ਹੁਣ ਸਮੁੰਦਰ ਦੀ ਅਸੀਂ ਗੱਲ ਕਰਦੇ ਹਾਂ ਮੇਜਰ ਕੰਪੋਨੈਂਟ ਹੈ ਪਾਣੀ ਦਾ ਹੁਣ ਸਮੁੰਦਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਪਾਣੀ ਨੂੰ ਪ੍ਰਾਪਤ ਹੋਣ ਦੇ ਦੋ ਸਾਧਨ ਬਣ ਜਾਂਦੇ ਹਨ ਇੱਕ ਮੀਂਹ ਦੇ ਰਾਹੀਂ ਪੈਂਦਾ ਹੈ ਦੂਸਰਾ ਦਰਿਆਵਾਂ ਤੋਂ ਲਿਆਂਦਾ ਹੋਏ ਪਾਣੀ ਹੈ ਉਹ ਵੀ ਸਮੁੰਦਰ ਦੇ ਵਿੱਚ ਜਾ ਕੇ ਗਿਰਦਾ ਹੈ 97.2% ਕੰਬਾਈਨਡ ਲਿਕੁਇਡ ਵਾਟਰ ਆਈਸ ਵਾਟਰ ਵੇਪਰ in the vast reservoir of the oceans. There is only one output of importance from the oceans, evaporation, where 2 points ऐसे आ जाते हैं कि दो तरीके नाल पानी नूं प्राप्त हुंदा है अते एक तरीके नाल पानी इत्थों उड़दा है हुण दूसरा साडे कोल आ जांदा है आइस है वाटर इन द फॉर्म ऑफ आइस constitute about the 80% of the water that is not in the ocean or about 2% of the earth's total. Most of the form of water is located in great glaciers that cover Antarctica and Greenland. ਹੁਣ ਬਰਫ਼ ਹੈ ਜੋ ਸਾਡੀ ਉਹ ਕੰਸਟੀਟਿਊਟ 80% ਜਿਹੜਾ ਪਾਣੀ ਉਸ ਰੱਖਦੀ ਹੈ ਅਤੇ ਜਿਹੜੀ ਜ਼ਿਆਦਾ ਤੌਰ ਦੇ ਉੱਤੇ ਗਲੇਸ਼ੀਅਰ ਦੀ ਫਾਰਮੇਸ਼ਨ ਦੇ ਵਿੱਚ ਆ ਜਾਂਦਾ ਹੈ ਨੈਕਸਟ ਜਿਹੜਾ ਕੰਪੋਨੈਂਟ ਹੈ ਉਹ ਹੈ ਗਰਾਊਂਡ ਵਾਟਰ ਨੈਕਸਟ ਲਾਰਜੈਸਟ water reservoir is groundwater, the water contained in the pore space of rocks and soil. Surprisingly, about 20% of the water not in the ocean occur as groundwater. Lakes, lake contain approximately 0.017% of Earth's water, slightly more than half held in freshwater lakes. Rest in the ਜਿਹੜੀਆਂ ਮਿਲਦੀਆਂ ਨੇ ਉਹ ਖਾਰੇ ਪਾਣੀ ਦੀਆਂ ਝੀਲਾਂ ਵਿੱਚ ਮਿਲਿਆ ਅਬਾਊਟ 75% ਆਫ ਦਾ ਟੋਟਲ ਵੋਲਿਊਮ ਆਫ
fresh water lake occur mainly in the large lake of North America. North America ਦੀਆਂ ਜਿਹੜੀਆਂ ਝੀਲਾਂ ਹਨ ਉਹਨਾਂ 'ਚ ਪਾਣੀ ਤਾਜ਼ੇ ਪਾਣੀ ਦੀਆਂ ਝੀਲਾਂ ਦਾ ਜੋ ਕੁੱਲ ਪਾਣੀ ਮਿਲਦਾ ਹੈ 75% ਇਹਨਾਂ ਅਮਰੀਕਨ ਝੀਲਾਂ ਦੇ ਵਿੱਚ ਹੀ ਪਾਣੀ ਮਿਲਦਾ ਹੈ। ਐਟਮੋਸਫੀਅਰ ਵਿੱਚ ਵਾਟਰ ਜੋ ਸਰਪ੍ਰਾਈਜ਼ਿੰਗਲੀ ਹੈ ਬਹੁਤ ਹੀ ਘੱਟ ਹੈ 0.0001% ਆਫ ਦਾ ਕੰਪੇਅਰ ਟੂ ਦੈਟ ਇਜ਼ ਅਦਰ ਪਾਰਟ ਆਫ ਦਾ ਹਾਈਡਰੋਲੋਜੀਕਲ ਸਿਸਟਮ ਦਾ। ਦਰਿਆ ਆ ਜਾਂਦੇ ਹਨ। ਦਰਿਆ ਸਾਡੇ ਕੋਲ ਫਸਟ ਗਲੈਂਸ ਹੈ ਰਿਵਰ ਮੇ ਸੀਮ ਟੂ ਬੀ ਪ੍ਰਾਇਮਰੀ ਰਿਜ਼ਰਵਰੀ ਆਫ ਵਾਟਰ in the hydrological system there, but actually the volume of water in Earth's river system is only about 0.0001% of total water on Earth, or 0.01% of water not in the oceans. Infiltration denote unending movement of water from ocean to the atmosphere, and from atmosphere to the land, and from land back to the fair oceans. Hydrological cycle may characterized as a ongoing cycle without any known beginning or end. कदों शुरू होया प्यारे बच्चों हाइड्रोलॉजिकल साइकिल ਅਤੇ ਕਦੋਂ ਸਟਾਰਟ ਹੋਇਆ ਇਹਦੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ। ਸਾਈਕਲ ਮੇਨਲੀ ਰਿਸਪੌਂਸੀਬਲ ਫਾਰ ਹੈ ਡਿਸਟ੍ਰੀਬਿਊਸ਼ਨ ਆਫ ਮੋਇਸਚਰ ਓਵਰ ਅਰਥ ਸਰਫੇਸ। ਅਰਥ ਸਰਫੇਸ ਦੇ ਉੱਤੇ ਜਿੰਨੀ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਮੋਇਸਚਰ ਦੀ ਉਸ ਲਈ ਰਿਸਪੌਂਸੀਬਲ ਹੀ ਹਾਈਡਰੋਲੋਜੀਕਲ ਸਾਈਕਲ ਹੈ। ਕਲੋਜ਼ਲੀ ਰਿਲੇਟਡ ਟੂ ਆਲ ਵੈਦਰ ਫਨੋਮਨਾ। ਜੇ ਕਹੀਏ ਕਿ ਧਰਤੀ ਦੇ ਉੱਤੇ ਜਿੰਨੇ ਵੈਦਰ ਫਨੋਮਨੇ ਹੋ ਰਹੇ ਨੇ ਉਹਦੇ ਵਿੱਚ ਮੇਨ ਜਿਹੜਾ ਹੈ ਰੋਲ ਪਲੇ ਕਰਦਾ ਹੈ ਤਾਂ ਇਹ ਪਾਣੀ ਦਾ ਚੱਕਰ ਹੀ ਇਨਵੋਲਵ ਹੈ। ਹੁਣ ਵਰਲਡ ਵਾਟਰ ਰਿਸੋਰਸਿਸ ਦੇ ਵਿੱਚ ਹਾਈਡਰੋਲੋਜੀਕਲ ਸਾਈਕਲ ਇੱਕ ਰੈਵੋਲੂਸ਼ਨਰੀ ਹੈ ਪਰ ਇਸ ਵਿੱਚ ਟੂ ਫ੍ਰੈਂਚ ਸਾਇੰਟਿਸਟ ਪੈਰੀ ਮੋਲਟ ਤੇ ਐਡਮਿਟ ਮੋਰੇ ਨੇ ਵੀ ਆਪਣੇ ਵਿਚਾਰ ਦਿੱਤੇ ਹਨ। ਆਈਡਲਾਈਜ਼ ਮੋਡਲ ਵਾਜ ਪ੍ਰੈਜੈਂਟਡ ਬਾਈ ਜੌਨ ਰॉय ਨੇ 17ਵੀਂ ਸੈਂਚੁਰੀ ਵਿੱਚ ਦਿੱਤਾ। ਟੋਟਲ ਵਾਟਰ ਆਫ ਦਾ plot means ਧਰਤੀ is distributed various system in the air, land in the ocean compared to total mass on the earth. The mass of the water in the hydrosphere extremely mobile है, constantly moving from one place to another, often at remarkable speed. ਹੁਣ ਮੇਜਰ ਰਿਜ਼ਰਵਰੀ ਕੀ ਨੇ ਇਹ ਬੜੀ ਹੀ of the oceans are the which contain 99.5% of total water up to the world. ਹੁਣ ਦੁਨੀਆ ਵਿੱਚ ਜਿੰਨਾ ਪਾਣੀ ਮਿਲਦਾ ਹੈ ਉਹਦੇ 'ਚ 99.5% ਸਮੁੰਦਰਾਂ ਵਿੱਚ ਮਿਲਦਾ ਹੈ। ਓਸ਼ਨ ਦੇ ਵਿੱਚ ਗਲੇਸ਼ੀਅਰ ਦੇ ਵਿੱਚ 1.9%, ਗਰਾਊਂਡ ਵਾਟਰ 0.1, ਰਿਵਰਸ ਤੇ ਲੇਕ 'ਚੋਂ 0.2, ਐਟਮੋਸਫੀਅਰ ਦੇ ਵਿੱਚੋਂ 0.001% ਮਿਲਦਾ ਹੈ। ਹਾਈਡਰੋਲੋਜੀਕਲ ਸਾਈਕਲ ਨੂੰ ਹੁਣ ਅਸੀਂ ਹੋਰ ਨੇੜੇ ਪੜ੍ਹਦੇ ਹਾਂ ਕਿ ਹੁਣ ਇਹਦੇ ਵਿੱਚ ਅਸੀਂ ਇਸ ਦੇ ਜ਼ਰੂਰੀ ਤੱਤ ਪੜ੍ਹ ਲਏ, ਇਹਦੀਆਂ ਕਿਸਮਾਂ ਪੜ੍ਹ ਲਈਆਂ, ਇਹਦੇ ਵਿੱਚ ਸਾਨੂੰ ਕੰਪੋਨੈਂਟ ਪੜ੍ਹ ਲਏ। ਹੁਣ ਹਾਈਡਰੋਲੋਜੀਕਲ ਸਾਈਕਲ ਦੇ ਉੱਤੇ ਕਰਦੇ ਹਾਂ ਕਿ ਇਹ ਕੀ ਚੀਜ਼ ਹੈ। ਇਸ ਨੂੰ ਪਿਆਰੇ ਬੱਚਿਓ ਬੜਾ ਹੀ ਸਿੰਪਲ ਜੇ ਫਾਰਮ ਦੇ ਵਿੱਚ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਇਜ਼ ਨੋਨ ਐਜ਼ ਗਲੋਬਲ ਵਾਟਰ ਸਾਈਕਲ ਔਰ H2O ਸਾਈਕਲ। H2 ਪਾਣੀ ਦੀ ਕਿਸਮ ਆ ਜਾਂਦੀ ਹੈ, H2O ਸਾਈਕਲ one of the most important process in the world, describes the storage of movement of water between ਕਿਹਦੇ ਵਿੱਚ ਕਾਰ ਹੁੰਦਾ ਸਟੋਰੇਜ ਹੁੰਦਾ ਤੇ ਮੂਵਮੈਂਟ ਹੁੰਦੀ ਹੈ ਪਿਆਰੇ ਬੱਚਿਓ ਬਾਇਓਸਫੀਅਰ ਦੇ ਵਿੱਚ, ਐਟਮੋਸਫੀਅਰ ਦੇ ਵਿੱਚ, ਲਿਥੋਸਫੀਅਰ ਦੇ ਵਿੱਚ ਤੇ ਹਾਈਡਰੋਸਫੀਅਰ ਦੇ ਵਿੱਚ ਪਾਣੀ ਦੇ ਚੱਕਰ ਦੀ ਅਸੀਂ ਮੂਵਮੈਂਟ ਨੂੰ ਗੱਲ ਕਰਦੇ ਹਾਂ। ਹੁਣ ਇਹ ਡਾਇਗਰਾਮ ਨੂੰ ਬੜੇ ਹੀ ਧਿਆਨ ਨਾਲ ਦੇਖੋ। ਇਹ ਹਾਈਡਰੋਲੋਜੀਕਲ ਸਾਈਕਲ ਦੀ ਬਣਾਈ ਹੋਈ ਡਾਇਗਰਾਮ ਹੈ। ਇੱਕ ਡਾਇਗਰਾਮ ਦੇ ਵਿੱਚ ਜੇ ਪਾਣੀ ਦਾ ਚੱਕਰ ਹੈ ਉਸ ਵਿੱਚ ਕਿੰਨੀਆਂ ਚੀਜ਼ਾਂ ਇਨਵੋਲਵਡ ਚੱਲਦੀਆਂ ਹਨ, ਜਿਵੇਂ ਕਿ ਪਾਣੀ ਉੱਡਿਆ, ਵੈਪੋਰੇਸ਼ਨ ਹੋਈ, ਟਰਾਂਸਪੋਰਟੇਸ਼ਨ ਹੋਇਆ, ਕੰਡੈਂਸੇਸ਼ਨ ਹੋਈ, ਸਬਲੀਮੇਸ਼ਨ ਹੋਈ, ਡੈਪੋਜੀਸ਼ਨ ਹੋਈ, ਪ੍ਰੀਸਿਪੀਟੇਸ਼ਨ ਹੋਈ, ਟਰਾਂਸਪੀਰੇਸ਼ਨ ਹੋਈ, ਇਨਫਿਲਟਰੇਸ਼ਨ ਹੋਈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਜ ਪੜ੍ਹਾਂਗੇ। ਹੁਣ ਇਸ ਦਾ ਮੇਜਰ ਕੰਪੋਨੈਂਟ ਹੈ ਇਵੈਪੋਰੇਸ਼ਨ। ਇਵੈਪੋਰੇਸ਼ਨ ਕੀ ਹੈ? ਇਜ਼ ਅ ਚੇਂਜ ਆਫ ਸਟੇਟ ਸਬਸਿਸਟੈਂਟ ਫਰਮ ਲਿਕੁਇਡ ਟੂ ਗੈਸ। ਜਦੋਂ ਲਿਕੁਇਡ ਟੂ ਗੈਸ ਵਿੱਚ ਪਾਣੀ ਬਦਲਦਾ ਹੈ ਤਾਂ ਅਸੀਂ ਉਸਨੂੰ ਇਵੈਪੋਰੇਸ਼ਨ ਕਹਿੰਦੇ ਹਾਂ। ਇਨ ਮੈਟਰੋਲੋਜੀ ਦੇ ਵਿੱਚ ਕੀ ਹੈ? ਸਬਸਿਸਟੈਂਸ ਆਰ ਕੰਸਰਨਡ ਅਬਾਊਟ ਦਾ ਮੋਇਸਟ ਇਨ ਵਾਟਰ। ਬੜੇ ਹੀ ਇਸ ਨੂੰ ਅਸੀਂ ਜੇਕਰ ਅਸੀਂ ਪਿਆਰੇ ਬੱਚਿਓ ਆਪਣੇ ਡੇ ਟੂ ਡੇ ਜੀਵਨ ਦੇ ਵਿੱਚ ਵੀ ਗੱਲ ਕਰੀਏ, ਅਸੀਂ ਇੱਕ ਕੋਲਡ ਡਰਿੰਕ ਦੀ ਬੋਤਲ ਲੈਂਦੇ ਹਾਂ ਜਿਹੜੀ ਕਿ ਬਹੁਤ ਜ਼ਿਆਦਾ ਠੰਡੀ ਹੈ। ਜਦੋਂ ਅਸੀਂ ਉਸਨੂੰ ਫਰਿੱਜ ਚੋਂ ਬਾਹਰ ਕੱਢਦੇ ਹਾਂ ਤਾਂ ਉਸ ਦੇ ਆਲੇ ਦੁਆਲੇ ਕੀ ਹੈ?
पानी दे कुछ बूंदां लग जांदियां ने कंटीन्यूसली है वो भी एक उसी वैपोरेशन की किस्म ही कहने वाटर इज कंटीन्यूस वैपोरेशन फ्रॉम सरफेस टू अर्थ पंपिंग मोर एंड मोर वाटर वैपोरेशन बोथ सी एंड लैंड सरफेस वेयर सन एंड मोस्ट इंपॉर्टेंट फैक्टर डिटरमिन द रेट ऑफ वैपोरेशन कंडेंसेशन इज अ प्रोसेस वेयर वाटर वेपर इन द एटमोसफेयर इज चेंज into liquid state. In the atmosphere, condensation may appear as cloud or dew. Transpiration is a process where plant absorb water through the roots and then gives off water vapor through the pores called stomata. Stomata are the small opening found on the underside of the leaves of the transport water passes through a plant. Only 1% is used in the growth process of plant. The remaining 99 is passed into the atmospheres. Precipitation is the result when the tiny condensation particles grow too large. Water released from cloud in the form of rain, freeze, snow. ਹੁਣ ਮੀਂਹ ਕੀ ਹੈ? ਮੀਂਹ ਨੂੰ ਅਸੀਂ ਕਿੰਨੀਆਂ ਕਿਸਮਾਂ 'ਚ ਕੱਢ ਸਕਦੇ ਹਾਂ। ਇਹ ਮੀਂਹ ਪਾਣੀ ਨੂੰ ਸਿੱਧਾ ਗਿਰਨਾ ਥੱਲੇ ਇੱਕ ਪਾਸੇ ਅਸੀਂ ਬਣਾਈ ਹੋਈ ਹੈ। देखो इस एग्जाम्पल में देखो जिथे कर्सर है पानी है सलीट दे विच भी है स्नो दे विच भी आ सकता है। ये सारिया इसदियां एक किस्मां हैं। प्राइमरी कनैक्शन बिटवीन वाटर साइकिल दैट प्रोवाइड फॉर डिलीवरी एटमोसफेयर वाटर टू द अर्थ। सबलिमेशन is the process of snow and ice change into water vapor in the air without by liquid. This process only occur when the temperature is very slow or the measure is extremely higher. Runoff water flow over the land surface to the water. ਹੁਣ इस पिक्चर में एक बार फिर दोबारा देखने की कोशिश करो कि नंबर 1 जिथे लिखा है सोलर एनर्जी इवेपोरेशन वाटर एंड इंक्रीज एटमोसफेयर ह्यूमिडिटी द वाटर वेपर कंडेंस टू फॉर्म क्लड एंड प्रेसिपिटेशन। ਹੁਣ ਪਹਿਲੇ ਨੰਬਰ 1 ਜਿੱਥੇ ਲਿਖਿਆ ਹੋਇਆ ਹੈ ਦੈਟ ਇਜ਼ ਫੋਮ ਜਿੱਥੇ ਮੇਰਾ ਕਰਸਰ ਚੱਲ ਰਿਹਾ ਹੈ ਇਸ ਵੇਲੇ ਇਹ ਸੋਲਰ એનર્ਜੀ ਦੇ ਨਾਲ ਸੂਰਜ ਦੀ ਗਰਮੈਸ਼ ਦੇ ਨਾਲ ਪਾਣੀ ਹੈ ਜਿਹੜਾ ਭਾਪ ਬਣ ਕੇ ਉੱਪਰ ਉੱਡਿਆ ਉੱਪਰ ਉੱਡ ਕੇ ਉੱਡਣ ਤੋਂ ਬਾਅਦ ਇਨਕਰੀਜ਼ ਹੋਇਆ ਪਾਣੀ ਤੇ ਕੰਡੈਂਸੇਸ਼ਨ ਦੇ ਫਾਰਮ ਦੇ ਵਿੱਚ ਹੋਇਆ ਤੇ ਪਾਣੀ ਹੈ ਜਿਹੜਾ ਮੀਂਹ ਦੇ ਰੂਪ ਵਿੱਚ ਥੱਲੇ ਆਇਆ। ਹੁਣ ਨੰਬਰ 2 ਦੇ ਉੱਤੇ ਕੀ ਹੈ ਗ੍ਰੈਵਿਟੀ ਕਾਜ਼ ਸਮ ਮੀਮ ਪ੍ਰੀਸੈਪੀਟੇਸ਼ਨ ਟੂ ਇਨਫਿਲਡ ਦਾ ਨੈਚੁਰਲ ਪਾਸਵੇ ਟੂ ਇਨਟੂ ਸੋਇਲ। ਗ੍ਰੈਵਿਟੀ ਦੇ ਨਾਲ ਮੀਂਹ ਥੱਲੇ ਆਇਆ ਬਟ ਇਟ ਇਜ਼ ਹੈਲਡ ਇਨ ਦਾ ਸੋਇਲ ਵਾਟਰ ਬੈਲ ਟੈਂਪਰੇਰੀ ਵੇਅਰ ਪਲਾਂਟਸ ਕੈਨ ਰੀਚ ਇਟ। ਇਹਦੇ ਨਾਲ ਪਲਾਂਟਸ ਦੇ ਜਿਹੜੇ ਪੇੜ ਪੌਦਿਆਂ ਨੂੰ ਪਾਣੀ ਮਿਲਿਆ। ਹੁਣ ਨੰਬਰ 3 ਦੇ ਉੱਤੇ ਚਲੇ ਜਾਓ ਵਾਟਰ ਇਨ ਦਾ soil water belt can return to the atmosphere by evaporation or through transpiration by vegetation। ਹੁਣ evapotranspiration ਹੈ evaporation भी हो रही है और पत्तियां ਦੇ ਰਾਹੀਂ भी पानी है ਜਿਹੜਾ आसमान ਦੇ ਵਿੱਚ ਫਿਰ ਜਾ ਰਿਹਾ है। चौथे नंबर ਤੇ आ ਜਾਂਦਾ ਹੈਗਾ portion of the infiltration water prelocated through the soil water belt and move downward to the ground water chute। ਹੁਣ ਪਾਣੀ ਹੈ ਕੁਝ ਜਦੋਂ ਮੀਂਹ ਦਾ ਪਾਣੀ ਪੈਂਦਾ ਹੈ ਧਰਤੀ ਦੇ ਉੱਤੇ ਕੁਝ ਪਾਣੀ ਵਗ ਤੁਰਦਾ ਹੈ ਅਤੇ ਕੁਝ ਜਿਹੜਾ ਉਸ ਦਾ ਪਾਣੀ ਹੈ ਉਹ ਜ਼ਮੀਨ ਦੀਆਂ ਵਿੱਚ ਅੰਡਰਗਰਾਉਂਡ ਵਾਟਰ ਦੇ ਵਿੱਚ ਵਾਪਸ ਚਲਾ ਜਾਂਦਾ ਹੈ। ਹੁਣ ਅੰਡਰਗਰਾਉਂਡ ਵਾਟਰ ਨੰਬਰ 5 ਨੰਬਰ ਪੁਆਇੰਟ ਦੇ ਉੱਤੇ ਆ ਜਾਓ ਗਰਾਊਂਡ ਵਾਟਰ ਮੂਵਸ ਸਲੋਲੀ ਅਲੋਂਗ ਡੀਪ ਫੋਲੋ ਪਾਥ ਇਵੈਂਚੁਅਲੀ ਅਮਰਜ ਬਾਈ ਦਾ ਸੀਪੇਜ ਇਨਟੂ ਸਰਫੇਸ ਵਾਟਰ ਸਪਰਿੰਗ ਸਟੀਮਸ ਬੈੱਡ ਲੇਕ ਔਰ ਬੈੱਡ ਦੇ। ਹੁਣ ਗਰਾਊਂਡ ਵਾਟਰ ਮੂਵ ਕਰ ਜਾਂਦਾ ਹੈ ਫਿਰ ਕਿਹੜੇ ਪਾਸੇ ਨੂੰ ਮੂਵ ਕਰ ਜਾਂਦਾ ਹੌਲੀ ਹੌਲੀ ਇਵੈਂਚੁਅਲੀ ਮਰਜ ਬਾਈ ਦਾ ਸੀਪੇਜ ਇਨਟੂ ਸਰਫੇਸ ਵਾਟਰ ਫਿਰ ਪਾਣੀ ਸਰਫੇਸ ਵਾਟਰ ਦੇ ਵਿੱਚ ਆ ਜਾਂਦਾ ਹੈ। ਅਖੀਰ ਵਿੱਚ ਨੰਬਰ 6 ਆ ਜਾਂਦਾ ਹੈ ਇਨ ਪੀਰੀਅਡ ਆਫ ਦਾ ਹੈਵੀ ਪ੍ਰੋਲੋਂਗ ਰੇਨ ਰੈਪਿਡ ਸਨੋਫਾਲ ਓਵਰਫਲੋ ਫਲੈਜ ਟੂ ਸਟੀਮ ਬਾਈ ਡਾਇਰੈਕਸ਼ਨ। ਜਦੋਂ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਬਰਸਾਤ ਜ਼ਿਆਦਾ ਹੋ ਜਾਂਦੀ ਹੈ ਤਾਂ ਓਵਰਫਲੋ ਹੋ ਜਾਂਦਾ ਹੈ ਤਾਂ ਉਸ ਵਿੱਚ ਕੀ ਹੈ ਕਿ ਪਾਣੀ ਹੈ ਜਿਹੜਾ ਇੱਕ ਦਰਿਆ ਦੇ ਰੂਪ ਵਿੱਚ ਅੱਗੇ ਚਲਾ ਜਾਂਦਾ ਹੈ। ਇਸ ਦੇ 6 ਪ੍ਰੋਸੈਸ ਹੋ ਗਏ। ਪਹਿਲਾ ਪ੍ਰੋਸੈਸ ਫਿਰ ਇੱਕ ਵਾਰੀ ਦੁਬਾਰਾ ਕਰਦੇ ਹਾਂ ਕਿ ਗਰਮੀ ਦੇ ਨਾਲ ਐਟਮੋਸਫੀਅਰ ਦੇ ਵਿੱਚ ਨੰਬਰ 1 ਪੁਆਇੰਟ ਮੈਂ ਇਸ ਨੂੰ ਦੁਬਾਰਾ ਕਰਨ ਲੱਗਿਆ ਸੋਲਰ ਐਨਰਜੀ ਦੇ ਨਾਲ ਵੈਪੋਰੇਸ਼ਨ ਹੋਈ ਵਾਟਰ ਇਨਕਰੀਜ਼ ਐਟਮੋਸਫੀਅਰ ਹਿਊਮਿਡਿਟੀ ਬਣਾਈ ਦਾ ਵਾਟਰ ਵੈਪਰ ਕੰਡੈਂਸ ਹੋ ਗਏ ਟੂ ਫਾਰਮ ਆਫ ਕਲਾਉਡਸ ਐਂਡ ਪ੍ਰੀਸੀਪੀਟੇਸ਼ਨ ਬੱਦਲ ਬਣੇ ਮੀਂਹ ਆ ਕੇ ਥੱਲੇ ਗਿਰਿਆ। ਗ੍ਰੈਵਿਟੀ ਦੇ ਨਾਲ ਕਾਜ਼ ਕੀ ਹੋਇਆ ਬਰਸਾਤ ਹੋਈ
इनफिल्ट्रेशन होया पासवे टू द सॉइल, मिट्टी दे विच चले गए, हैल्ड द सॉइल वाटर बेल्ट टैंपरेली वेयर प्लांट कैन रीच। नंबर 3 दे वाटर इन द सॉइल वाटर बेल्ट रिटर्न टू द एटमोसफीयर बाय इवैपोरेशन और थ्रू ट्रांसपिरेशन बाय वेजिटेशन। नंबर 3 दे उत्ते आ गया। नंबर 4 दे उत्ते आ गया पोर्शन ऑफ द इनफिल्ट्रेशन वाटर प्रोलूक थ्रू द सॉइल वाटर बेल्ट एंड मूव डाउनवर्ड टू द ग्राउंड वाटर जोन। नंबर 5 ते ग्राउंड वाटर मूव स्लोली लॉन्ग डीप फॉलिंग प्रोथ emerge by the seepage into surface water through stream bed or lake bed. In period heavy prolonged rain, rapid snowfall, overflow ਦੇ ਰਾਜ ਜਿਹੜਾ ਹੈ ਪਾਣੀ ਹੈ ਜਿਹੜਾ ਓਵਰਫਲੋ ਹੋ ਕੇ ਡਾਇਰੈਕਟ ਹੈ ਜਿਹੜਾ ਉਹ ਨਿਕਲ ਜਾਂਦਾ ਹੈ। ਹੁਣ ਇਹ ਸੀ ਸਾਡਾ ਹਾਈਡਰੋਲੋਜੀਕਲ ਸਾਈਕਲ ਦਾ ਸਿਸਟਮ ਜਿਹੜਾ ਕਿ ਅਸੀਂ ਹੁਣ ਤੱਕ ਪੜ੍ਹਿਆ। ਇਸ ਦੇ ਵਿੱਚ ਮੈਨੂੰ ਉਮੀਦ ਹੈ ਕਿ ਮੇਰੇ ਪਿਆਰੇ ਬੱਚਿਓ ਤੁਸੀਂ ਇਸ ਕਨਸੈਪਟ ਨੂੰ ਪਾਣੀ ਦੇ ਕਨਸੈਪਟ ਨੂੰ ਹਾਈਡਰੋਲੋਜੀਕਲ ਸਾਈਕਲ ਦਾ ਇਤਿਹਾਸ ਨੂੰ ਜਾਣਦੇ ਹੋਏ ਇਸ ਵਿੱਚ ਕੀ ਕੰਪੋਨੈਂਟ ਹਨ, ਕਿਹੜੀਆਂ ਜ਼ਰੂਰੀ ਚੀਜ਼ਾਂ ਹਨ, ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਹੁਣ ਮੇਰੇ ਕੋਲੇ ਦੂਸਰਾ ਵਿਸ਼ਾ ਅੱਜ ਦਾ ਨਾਲ ਦਾ ਹੈ, ਉਹ ਹੈ ਓਸ਼ਨ ਬੇਸਿਸ। ਓਸ਼ਨ ਬੇਸਿਸ ਦਾ ਕੀ ਮਤਲਬ ਹੈ? ਸਮੁੰਦਰ ਦੇ ਉੱਤੇ ਹੁਣ ਅਸੀਂ ਗੱਲ ਕਰਦੇ ਹਾਂ। ਪਹਿਲਾਂ ਆਕਾਸ਼ ਦੀ ਗੱਲ ਕੀਤੀ ਸੀ, ਹੁਣ ਅਸੀਂ ਪਿਆਰੇ ਬੱਚਿਓ ਸਮੁੰਦਰ ਦੇ ਉੱਤੇ ਚੱਲਦੇ ਹਾਂ। ਸਮੁੰਦਰ ਦੇ ਜਲ ਮੰਡਲ, ਥਲ ਮੰਡਲ ਅਤੇ ਵਾਯੂਮੰਡਲ ਵਿੱਚ ਧਰਤੀ ਦਾ 70.8% ਖੇਤਰ ਜਲ ਮੰਡਲ ਵਿੱਚ ਹੈ ਅਤੇ 29.2% ਖੇਤਰ ਥਲ ਮੰਡਲ ਵਿੱਚ ਮਿਲਦਾ ਹੈ। ਜਲ ਮੰਡਲ ਦਾ 60% ਹਿੱਸੇ ਵਿੱਚ ਦੱਖਣੀ ਗੋਲਾਰਧ ਵਿੱਚ ਹੈ ਅਤੇ 40% ਹਿੱਸਾ ਉੱਤਰੀ ਗੋਲਾਰਧ ਵਿੱਚ ਹੈ। ਥਲ ਮੰਡਲ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹੈ, ਜਿਸ ਦੀ ਉਚਾਈ 8846 ਮੀਟਰ ਹੈ, ਜਦੋਂ ਕਿ ਮਰੀਨਾ ਟ੍ਰੈਂਚ ਦੀ ਗਹਿਰਾਈ 11,529 ਮੀਟਰ ਹੈ। ਹੁਣ ਪਿਆਰੇ ਬੱਚਿਓ ਦੇਖੋ ਕਿ ਇੱਕ ਪਾਸੇ ਅਸੀਂ ਮਾਊਂਟ ਐਵਰੈਸਟ ਦੀ ਗੱਲ ਕਰਦੇ ਹਾਂ ਅਤੇ ਦੂਜੇ ਪਾਸੇ ਸਮੁੰਦਰ ਦੀ ਡੂੰਘਾਈਆਂ ਦੀ ਗੱਲ ਕਰਦੇ ਹਾਂ। ਤਾਂ ਸਮੁੰਦਰ ਦੀ ਡੂੰਘਾਈਆਂ ਹਿਮਾਲਿਆ ਮਾਊਂਟ ਐਵਰੈਸਟ ਤੋਂ ਵੀ ਜ਼ਿਆਦਾ ਡੂੰਘੀਆਂ ਹਨ। ਮਾਊਂਟ ਐਵਰੈਸਟ ਦੀ ਉਚਾਈ ਨਾਲੋਂ ਵੀ ਜ਼ਿਆਦਾ ਡੂੰਘੀਆਂ ਹਨ। ਹੁਣ ਇਸ ਨੂੰ ਬੜੇ ਹੀ ਸਿੰਪਲ ਡਾਇਗਰਾਮ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਾਗਰ ਦੇ ਬੇਸਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਪ੍ਰਚਲਿਤ ਧਾਰਨਾਵਾਂ, ਜੋ ਸਾਡੀਆਂ ਅੱਜ ਦੀਆਂ ਧਾਰਨਾਵਾਂ ਨੇ ਪਿਆਰੇ ਬੱਚਿਓ, ਉਸ ਨੂੰ ਅਸੀਂ ਕਰੀਏ ਤਾਂ ਮਹਾਂਸਾਗਰ ਨੂੰ ਅਸੀਂ 5 ਭਾਗਾਂ ਵਿੱਚ ਵੰਡਦੇ ਹਾਂ। 5 ਭਾਗ ਦੇਖੋ, ਕੌਂਟੀਨੈਂਟਲ ਸੈਲਫ ਆ ਗਿਆ, ਕੌਂਟੀਨੈਂਟਲ ਸੈਲਫ, ਕੌਂਟੀਨੈਂਟਲ ਮਾਰਜਨ, ਕੌਂਟੀਨੈਂਟਲ ਰਾਈਜ਼ ਥਿਕਨੈਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਸੀ ਲੈਵਲ ਨੂੰ ਅਸੀਂ ਵੰਡ ਰਹੇ ਹਾਂ। ਹੁਣ ਕੌਂਟੀਨੈਂਟਲ ਸੈਲਫ ਦੀ ਗੱਲ ਕਰਦੇ ਹਾਂ। ਇਹ ਸਮੁੰਦਰ ਦਾ ਪਿਆਰੇ ਬੱਚਿਓ ਉਹ ਕਿਨਾਰਾ ਹੈ, ਮਹਾਂਦੀਪੀ ਸੈਲਫ ਕਿਹਾ ਜਾਂਦਾ ਹੈ, ਜਿਸ ਦੀ ਔਸਤਨ ਗਹਿਰਾਈ 100 ਫੈਦਮ, 100 ਫੈਦਮ ਮੀਨ 600 ਫੁੱਟ, ਕਿਉਂਕਿ ਇੱਕ ਫੈਦਮ ਵਿੱਚ 6 ਫੁੱਟ ਹੁੰਦੇ ਹਨ। 600 ਫੁੱਟ ਹੈ। ਔਸਤਨ ਢਲਾਨ ਇਸ ਦੀ 1% ਹੁੰਦੀ ਹੈ ਅਤੇ ਜਿਹੜੀ ਕਈ ਵਾਰ ਵੱਧ ਕੇ 3% ਤੱਕ ਹੋ ਸਕਦੀ ਹੈ। ਇਸ ਦੀ ਚੌੜਾਈ ਸਾਰੇ ਸਥਾਨਾਂ ਤੋਂ ਸਮਾਨ ਨਹੀਂ ਹੁੰਦੀ। ਜੇਕਰ ਤਟਵਰਤੀ ਖੇਤਰਾਂ ਨਾਲ ਉੱਚੇ ਪਰਬਤ ਤਟਾਂ ਦੇ ਸਮਾਨ ਅੰਤਰ ਮਿਲਦੇ ਹੋਣਗੇ ਤਾਂ ਸੈਲਫ ਘੱਟ ਚੌੜੀ ਹੋਵੇਗੀ। ਆਹ ਲਾਈਨ ਬਹੁਤ ਹੀ ਇੰਪੋਰਟੈਂਟ ਹੈ, ਬੜੀ ਹੀ ਨੋਟ ਕਰਨ ਵਾਲੀ ਹੈ। ਜੇਕਰ ਤੱਟ ਦੇ ਨੇੜੇ, ਸਮੁੰਦਰ ਦੇ ਕਿਨਾਰਿਆਂ ਦੇ ਨੇੜੇ ਵਾਲੇ ਖੇਤਰਾਂ ਵਿੱਚ ਉੱਚੇ ਉੱਚੇ ਪਹਾੜ ਹੋਣਗੇ ਤਾਂ ਤੱਟ ਦਾ ਸਮਾਨ ਅੰਤਰ ਮਿਲਦੇ ਹੋਣਗੇ, ਤੱਟ ਦੇ ਨੇੜੇ ਹੋਣਗੇ ਤਾਂ ਸੈਲਫ ਹੈ ਜਿਹੜੀ ਉਹ ਘੱਟ ਚੌੜੀ ਹੋਵੇਗੀ। ਤਟਵਰਤੀ ਖੇਤਰਾਂ ਨਾਲ ਵਿਸ਼ਾਲ ਸੈਂਪਲ ਚੌੜੀਆਂ ਹੋਣ ਕਰ ਸੰਸਾਰ ਦਾ ਖਣਿਜੀ ਤੇਲ ਦਾ ਲਗਭਗ 20% ਤੇਲ ਇੱਥੋਂ ਹੀ ਮਿਲਦਾ ਹੈ। ਮਹਾਸਾਗਰੀ ਬਨਸਪਤੀ, ਜੀਵ ਜੰਤੂ ਆਸਾਨੀ ਨਾਲ ਸੂਰਜੀ ਕਿਰਨਾਂ ਪ੍ਰਵੇਸ਼ ਕਰ ਜਾਂਦੀਆਂ ਹਨ। ਇਸੇ ਖੇਤਰ ਵਿੱਚ ਮੱਛੀਆਂ ਆਮ ਤੌਰ 'ਤੇ ਆਂਡੇ ਦਿੰਦੀਆਂ ਹਨ। ਮਹਾਂਦੀਪੀ ਸੈਲਫ ਦੀ ਔਸਤਨ ਚੜਾਈ 48 ਕਿਲੋਮੀਟਰ ਦੇ ਲਗਭਗ ਹੁੰਦੀ ਹੈ, ਪਰੰਤੂ ਸੈਪੜ ਨਾਮੀ ਵਿਗਿਆਨੀ ਅਨੁਸਾਰ ਇਸ ਦੀ ਔਸਤਨ ਚੜਾਈ 67 ਕਿਲੋਮੀਟਰ ਦੇ ਲਗਭਗ ਹੁੰਦੀ ਹੈ। ਮਹਾਂਦੀਪੀ ਸੈਲਫ ਮਹਾਂਸਾਗਰੀ ਬੇਸਨਾਂ ਦਾ ਲਗਭਗ 8.6% ਖੇਤਰ ਵਿੱਚ ਫੈਲਿਆ ਹੁੰਦਾ ਹੈ। ਅੰਧ ਮਹਾਸਾਗਰ ਦੀ 13.3% ਵਿੱਚ ਅਤੇ ਸ਼ਾਂਤ ਮਹਾਸਾਗਰ ਵਿੱਚ 5.7% ਅਤੇ ਹਿੰਦ ਮਹਾਸਾਗਰ ਵਿੱਚ 4.2% ਹੁੰਦਾ ਹੈ। ਕੌਂਟੀਨੈਂਟਲ ਸਲੋਪ ਦੀ ਗੱਲ ਕਰਦੇ ਹਾਂ। ਸੈਲਫ ਤੋਂ ਬਾਅਦ ਅਚਾਨਕ ਹੀ ਤਿੱਖੀ ਢਲਾਨ ਸ਼ੁਰੂ ਹੋ ਜਾਂਦੀ ਹੈ। ਇਸੇ ਢਲਾਨ ਦਾ ਆਮ ਤੌਰ 'ਤੇ 2% ਤੋਂ ਲੈ ਕੇ 5% ਤੱਕ
ਢਲਾਣ ਹੁੰਦੀ ਹੈ ਅਤੇ ਕਈ ਵਾਰ 60% ਤੋਂ ਵੀ ਵੱਧ ਜਾਂਦੀ ਹੈ। ਇਸ ਦੀ ਢਲਾਣ ਨੂੰ ਅਸੀਂ 5 ਭਾਗਾਂ ਵਿੱਚ ਵੰਡਦੇ ਹਾਂ: ਵੈਰੀ ਸਟੀਪ ਸਲੋਪ, ਜੈਂਟਲ ਸਲੋਪ, ਫਾਲਟੀ ਸਲੋਪ, ਸਬਮਰੀਨ ਮਾਊਂਟੇਨ ਸਲੋਪ, ਟੈਰੀਸ਼ਡ ਸਲੋਪ। ਹੁਣ ਵਿਸ਼ਾ ਕੀ ਹੈ? ਅਪਰਦਨ ਤੇ ਨਿਖੇਪਣ ਦੀ ਕਿਰਿਆ ਤੋਂ ਪਰਾਂ ਹੁੰਦੀ ਹੈ। ਇੱਥੇ ਅਪਰਦਨ ਨਹੀਂ ਹੁੰਦਾ। ਕੌਂਟੀਨੈਂਟਲ ਸਲੋਪ ਦੇ ਵਿੱਚ ਮਹਾਸਾਗਰੀ ਧਰਾਵਾਂ ਤੇ ਤਰੰਗਾਂ ਦਾ ਪ੍ਰਭਾਵ ਘੱਟ ਹੈ। ਔਸਤਨ ਗਹਿਰਾਈ 3000 ਮੀਟਰ ਤੱਕ ਹੋ ਜਾਂਦੀ ਹੈ। ਕੁਝ ਵਿਗਿਆਨੀ ਇਸ ਦੀ ਉਤਪਤੀ ਟੈਕਟੋਨਿਕ ਕਾਰਨਾਂ ਕਰਕੇ ਮੰਨਦੇ ਹਨ। ਸਮੇਂ ਕੁਝ ਇਸ ਤਰ੍ਹਾਂ ਅਪਰਦਨ ਦੀ ਕਿਰਿਆ ਰਾਹੀਂ ਮੰਨਦੇ ਹਨ। ਨਿਖੇਪਣ ਤੇ ਵਿਚਾਰ ਕਰਦੇ ਹੋਏ ਬੈਂਡਿੰਗ ਐਂਡ ਵਰੈਪਨ ਦੀ ਰਚਨਾ ਵੀ ਹੁੰਦੀ ਹੈ। ਹੁਣ ਇਸ ਤੋਂ ਅੱਗੇ ਆ ਜਾਂਦਾ ਸਾਡੇ ਕੋਲੇ ਡੀਪ ਸੀ ਪਲੈਨ। ਡੀਪ ਸੀ ਪਲੈਨ ਦੇ ਵਿੱਚ ਹੈ ਢਲਾਣ ਇੱਕਦਮ ਘਟ ਜਾਂਦੀ ਹੈ। ਡੀਪ ਸੀ ਦੇ ਵਿੱਚ ਥਲਵਰਤੀ ਮੈਦਾਨਾਂ ਵਿੱਚ ਬਹੁਤ ਹੀ ਘੱਟ ਹੁੰਦੀ ਹੈ। ਇਸ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਇਹਨਾਂ ਦੀ ਢਲਾਣ ਦਰਜ ਨਹੀਂ ਕੀਤੀ ਜਾ ਸਕਦੀ, ਕਿਤੇ 1 ਡਿਗਰੀ ਤੋਂ ਵੱਧ ਨਹੀਂ, ਅਤੇ ਇਹਨਾਂ ਦੀ ਹੋਂਦ 20 ਡਿਗਰੀ ਉੱਤੇ ਅਕਸ਼ਾਂਸ਼ ਤੇ 60 ਡਿਗਰੀ ਦੱਖਣ ਅਕਸ਼ਾਂਸ਼ ਦੇ ਵਿਚਕਾਰ ਹੀ ਮਿਲਦੀ ਹੈ। 60 ਤੋਂ 70 ਡਿਗਰੀ ਉੱਤਰੀ ਅਕਸ਼ਾਂਸ਼ ਵਿੱਚ ਵੀ ਲਗਭਗ ਇਹਨਾਂ ਦੀ ਅਣਹੋਂਦ ਹੀ ਮਿਲਦੀ ਹੈ। ਨਦੀਆਂ ਦਾ ਮਲਬਾ ਇੱਥੇ ਤੱਕ ਨਹੀਂ ਪਹੁੰਚ ਸਕਦਾ। ਇਹਨਾਂ ਦੀ ਰਚਨਾ ਠੋਸ ਚਟਾਨਾਂ ਦੀ ਨਹੀਂ ਹੁੰਦੀ ਹੈ। ਹੁਣ ਡੀਪ ਸੀ ਪਲੇਨ ਦੇ ਵਿੱਚ ਜੋ ਰਚਨਾ ਹੈ, ਜੋ ਥੱਲੇ ਹੈ, ਮਲਬਾ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਸਮੁੰਦਰ ਦਰਿਆਵਾਂ ਦਾ, ਪਰੰਤੂ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਠੋਸ ਚਟਾਨਾਂ ਦੀ ਨਹੀਂ ਹੁੰਦੀ ਹੈ। ਆਮ ਤੌਰ 'ਤੇ ਸੂਖਮ ਬਨਸਪਤੀ ਬਹੁਤ ਹੀ, ਕਿਉਂਕਿ ਡੂੰਘਾਈ ਜ਼ਿਆਦਾ ਆ ਜਾਂਦੀ ਹੈ ਪਿਆਰੇ ਬੱਚਿਓ, ਉੱਥੇ ਜੋ ਬਨਸਪਤੀ ਹੈ ਉਹ ਬਿਨਾਂ ਸੂਰਜ ਦੀ ਲਾਈਟ ਤੋਂ, ਅਤੇ ਜੋ ਜੀਵ ਹਨ ਬਿਨਾਂ ਸੂਰਜ ਦੀ ਲਾਈਟ ਤੋਂ ਜੀ ਰਹੇ ਹਨ, ਤਾਂ ਸੂਖਮ ਬਨਸਪਤੀ ਅਤੇ ਸੂਖਮ ਜੀਵ ਹੀ ਮਿਲਦੇ ਹਨ। ਮਲੇਸ਼ੀਆ ਅਵਸ਼ੇਦਾਂ ਨਿਖੇਪ ਹੁੰਦੇ ਹਨ। ਇੱਥੇ ਡੂੰਘੇ ਮੈਦਾਨਾਂ ਵਿੱਚ ਚਿੱਕੜ ਤੇ ਸਮੁੰਦਰੀ ਘੋਗਿਆਂ ਦੀ ਬਹੁਤ ਬਹੁਤਾਤ ਹੁੰਦੀ ਹੈ। ਓਸ਼ਨ ਡੀਪ ਸਾਗਰੀ ਡੂੰਘਾਈਆਂ ਨੇ ਮਹਾਸਾਗਰੀ ਡੂੰਘਾਈਆਂ ਆਖਿਆ ਜਾਂਦਾ ਹੈ। ਇਹ ਆਮ ਤੌਰ 'ਤੇ ਪਹਾੜੀ ਖੇਤਰਾਂ ਦੇ ਸਾਹਮਣੇ ਤੇ ਪਲਤੀਆਂ ਦੇ ਨਜ਼ਦੀਕ ਮਿਲਦੀਆਂ ਨੇ। ਹੁਣ ਇੱਕ ਵਾਰੀ ਫਿਰ ਅਸੀਂ ਇਹ ਸਾਰੇ ਓਸ਼ਨ ਬੇਸਿਸ ਦੀਆਂ ਡੂੰਘਾਈਆਂ ਨੂੰ ਦੁਬਾਰਾ ਇੱਕ ਵਾਰੀ ਰਿਪੀਟ ਕਰਨ ਲੱਗਿਆ ਹਾਂ। ਇਸ ਨੂੰ ਕਿਰਪਾ ਕਰਕੇ ਦੁਬਾਰਾ ਸੁਣਨ ਦੀ ਕੋਸ਼ਿਸ਼ ਕਰੋ। ਕੌਂਟੀਨੈਂਟਲ ਸੈਲਫ ਸਾਡੇ ਕੋਲੇ ਆ ਜਾਂਦਾ ਹੈ, ਜਿਸ ਦੀ ਚੌੜਾਈ ਡੂੰਘਾਈ ਕਿੰਨੀ ਹੈ? 600 ਫੈਦਮ ਹੈ। 600 ਫੈਦਮ ਦੇ ਵਿੱਚ ਮਤਲਬ 100 ਫੈਦਮ ਹੈ। 600 ਫੁੱਟ ਇਸ ਦੀ ਗਹਿਰਾਈ ਹੈ, ਤੇ ਕਿਉਂਕਿ 1 ਫੈਦਮ 6 ਫੁੱਟ ਦੀ ਹੁੰਦੀ ਹੈ, ਤੇ 1 ਡਿਗਰੀ ਤੋਂ ਲੈ ਕੇ 3 ਡਿਗਰੀ ਤੱਕ ਇਸ ਦੀ ਔਸਤਨ ਢਲਾਣ ਹੁੰਦੀ ਹੈ ਕੌਂਟੀਨੈਂਟਲ ਸੈਲਫ ਦੀ। ਇਹ ਇੰਪੋਰਟੈਂਟ ਹੈ। ਜਿੰਨੀਆਂ ਦੁਨੀਆ ਦੀਆਂ ਕਾਰਵਾਈਆਂ ਨੇ ਜਾਂ ਸਮੁੰਦਰ ਦੀਆਂ ਜ਼ਿਆਦਾ ਕਾਰਵਾਈਆਂ ਇਸੇ ਖੇਤਰ ਦੇ ਵਿੱਚ ਹੀ ਹੁੰਦੀਆਂ ਨੇ। ਮੱਛੀਆਂ ਵਗੈਰਾ ਜਿੰਨੀਆਂ ਨੇ ਇੱਥੇ ਆਪਣੇ ਆਂਡੇ ਦਿੰਦੀਆਂ ਹਨ। ਅਤੇ ਤੇਲ ਹੈ, ਬਨਸਪਤੀ ਖਣਿਜੀ ਤੇਲ ਹੈ, ਜਿਹੜਾ ਖਣਿਜੀ ਤੇਲ ਦਾ 20% ਹਿੱਸਾ ਵੀ ਇਸੇ ਵਿੱਚ ਹੀ ਮਿਲਦਾ ਹੈ। ਉਸ ਤੋਂ ਸਾਡੇ ਕੋਲੇ ਆ ਜਾਂਦਾ ਹੈ ਕੌਂਟੀਨੈਂਟਲ ਸੈਲਫ। ਕੌਂਟੀਨੈਂਟਲ ਸੈਲਫ ਤੋਂ ਬਾਅਦ ਅਚਾਨਕ ਹੀ ਜਿਹੜੀ ਹੈ ਤਿੱਖੀ ਢਲਾਣ ਸ਼ੁਰੂ ਹੁੰਦੀ ਹੈ। ਔਰ ਕੌਂਟੀਨੈਂਟਲ ਸਲੋਪ ਨੂੰ ਅਸੀਂ 5 ਭਾਗਾਂ ਵਿੱਚ ਵੰਡਦੇ ਹਾਂ: ਵੈਰੀ ਸਟੀਪ ਸਲੋਪ, ਜੈਂਟਲ ਸਲੋਪ, ਫਾਲਟੀ ਸਲੋਪ, ਸਬਮਰੀਨ ਮਾਊਂਟੇਨ ਕਰੈਂਚਾ ਤੇ ਟੈਰਿਸ ਸਲੋਪ। ਅਪਰਦਨ ਤੇ ਨਿਖੇਪਣ ਦੀ ਕਿਰਿਆ ਤੋਂ ਪਰੇ ਹੈ, ਕਿਉਂਕਿ ਡੂੰਘਾਈ ਜ਼ਿਆਦਾ ਹੋ ਜਾਂਦੀ ਹੈ। ਮਹਾਸਾਗਰੀ ਧਾਰਾਵਾਂ ਤੇ ਤਰੰਗਾਂ ਦਾ ਪਿਆਰੇ ਬੱਚਿਓ ਇਹਨਾਂ 'ਤੇ ਪ੍ਰਭਾਵ ਘੱਟ ਹੈ। ਔਸਤਨ ਗਹਿਰਾਈ 3000 ਮੀਟਰ ਤੱਕ ਹੋ ਸਕਦੀ ਹੈ। ਕੁਝ ਵਿਗਿਆਨੀ ਇਸ ਦੀ ਉਤਪਤੀ ਟੈਕਟੋਨਿਕ ਕਾਰਨਾਂ ਕਰਕੇ ਮੰਨਦੇ ਹਨ, ਅਤੇ ਕੁਝ ਅਪਰਦਨ ਦੀ ਕਿਰਿਆ ਰਾਹੀਂ ਮੰਨਦੇ ਹਨ। ਨਿਖੇਪਣ ਦੀ ਬੈਂਡਿੰਗ ਤੇ ਰੈਪਣ ਦੀ ਰਚਨਾ ਰਾਹੀਂ ਹੁੰਦੀ ਹੈ। ਡੀਪ ਸੀ ਪਲਾਨ ਢਲਾਣ ਇੱਕਦਮ ਘਟ ਜਾਂਦੀ ਹੈ, ਤੇ ਢਲਾਣ ਘਟਣ ਕਾਰਨ ਮੈਦਾਨ ਹੈ ਜਿਹੜਾ ਉਹ 1 ਡਿਗਰੀ ਤੋਂ ਢਲਾਣ ਵੱਧ ਨਹੀਂ ਹੁੰਦੀ, ਤੇ 20 ਡਿਗਰੀ ਉੱਤਰੀ ਅਕਸ਼ਾਂਸ਼ ਤੇ 60 ਡਿਗਰੀ ਦੱਖਣੀ ਅਕਸ਼ਾਂਸ਼ ਦੇ ਵਿਚਕਾਰ ਮਿਲਦੀ ਹੈ। ਨਦੀਆਂ ਦਾ ਮਲਬਾ ਇੱਥੋਂ ਤੱਕ ਨਹੀਂ ਪਹੁੰਚ ਸਕਦਾ। ਇਹਨਾਂ ਦੀ ਰਚਨਾ ਠੋਸ ਚਟਾਨਾਂ ਦੀ ਨਹੀਂ ਹੁੰਦੀ ਹੈ। ਓਸ਼ਨ ਬੇਸ ਸਾਗਰੀ ਡੂੰਘਾਈਆਂ ਨੇ ਮਹਾਸਾਗਰੀ ਡੂੰਘਾਈਆਂ ਆਖਿਆ ਜਾਂਦਾ ਹੈ। ਆਮ ਤੌਰ 'ਤੇ ਪਹਾੜੀ ਖੇਤਰਾਂ ਦੇ ਸਾਹਮਣੇ ਪਲਤੀਆਂ ਤੇ ਨਜ਼ਦੀਕਿਆਂ ਦੇ ਵਿੱਚ ਮਿਲਦੀਆਂ ਨੇ। ਹੁਣ ਸਾਡੇ ਕੋਲੇ ਕੁਝ ਟ੍ਰੈਂਚਿਸ ਆ ਜਾਂਦੇ ਨੇ, ਜਿਵੇਂ ਮਰੀਨਾ ਟ੍ਰੈਂਚ ਹੈ, ਉਸ ਦੀ ਡੂੰਘਾਈ 11033 ਹੈ, ਤੇ ਕੁਝ ਜਿਹੜੀਆਂ ਨੇ ਟੋਂਗਾ ਹੈ 10882 ਹੈ, ਜਾਪਾਨੀ ਟ੍ਰੈਂਚ ਹੈ 10554 ਹੈ, ਕੋਰਲੀ ਟ੍ਰੈਂਚ ਹੈ 10498, ਫਿਲਪਾਈਨਸ ਦਾ ਹੈ 10475, ਨੈਰੇ ਟ੍ਰੈਂਚਿਸ ਹੈ 8385, ਅਲੂਨਾ ਟ੍ਰੈਂਚ ਹੈ 7682,
एटकामा ट्रंच है 7635, रोमांचा या ट्रैच है 7631, जावा ट्रैंच है 7454 मीटर डूंघियां हैं। हुण ये नक्शे दे विच असीं देखते हैं कि किसनियां जिहड़ियां नेगियां जिथे जिथे काला भाग दिखाया हुआ है ये इत्थे जिहड़ियां ने ट्रैंचिज ने सानूं मिलदियां हैं। अदर ओशन फीचर ने सबमरीन रिज ने कुछ किलोमीटर चौड़ियां ते कई हज़ार किलोमीटर तक मिलण वालियां ने। सबमरीन कैनियंस ने महासागरी बेसनों तो मिलण वालियां डूंघियां तिखियां ढलाना वालियां तंग घाटियां नूं जल डूंघियां कैनियन आख्या जाता है। महासागरी जल डूबी कैनियन की गहराई 800 मीटर तक होंदी है, परंतु इन्हां दी होंद 2000 तो लैके 3000 मीटर की गहराई तक भी मिलती है। इन्हां दी चौड़ाई 1500 मीटर के लगभग होंदी है। सैफर्ड ते बेयर्ड के अनुसार महासागरी कैनियन की गिनती लगभग 102 है। बैंक महाद्वीपी नज़दीक घट डूंघी चौरस समुद्री नूं बैंक आख्या जाता है। डोगर बैंक अते ग्रैंड बैंक इन्हां दियां प्रमुख उदाहरण हैं। महासागरी बैंक संसार के मुख्य मछली खेतरां दे विच आ जाते हैं। तटी महाद्वीपी किनारिਆਂ नूं तट आख्या जाता है। तट ते बंदरगाह नूं तटां ते बंदरगाहां ने जिहड़ियां ओह उसारियां जांदियां हैं। सैल समुद्र विच डुੱਬੇ ਉਹ भाग जिथे जल की गहराई घट होंदी है उन्हां नूं सैल आख्या जाता है। सैल भागां विच समुद्र विच जहाज़ चलाउणे मुश्किल होंदे ने। इन्हां दी उत्पत्ति चट्टानां नाल नहीं हुंदी है। पित्तियां दा निर्माण प्रवाल नामी जैविक कीड़ियां तो हुंदा है। थैंक यू प्यारे बच्चों। अज आपां 2 इंपॉर्टेंट टॉपिक जिहड़े सी फिजिकल जोग्राफी दे कंप्लीट कीते हैं। एक हाइड्रोलॉजिकल साइकिल है और दूसरा है ओशन बेसिस। दोनों नूं मेरे मुताबिक तुसीं चंगी तरह समझ लिया होवेगा। थैंक यू वेरी मच।